हाँ जी, ਵੈਲਕਮ ਜੀ ਆਪ ਸਭ ਦਾ ਪੰਜਾਬੀ ਮੀਠੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਈਆਂ ਖਬਰਾਂ ਤੇ ਲੈ ਕੇ ਹਾਜ਼ਰ ਹਾਂ ਕੁਝ ਨਵੀਆਂ ਅਪਡੇਟਸ। ਗੱਲ ਕਰਾਂਗੇ ਜੀ ਆਪਾਂ 9 ਅਗਸਤ ਦੀ। ਸੋ ਸਟਾਰਟ ਕਰਦੇ ਹਾਂ ਅੱਜ ਦੇ ਨਵੀਆਂ ਤਾਜ਼ੀਆਂ ਅਪਡੇਟਸ। ਸਭ ਤੋਂ ਪਹਿਲਾਂ ਦੇਖਾਂਗੇ ਜੀ ਆਪਾਂ ਨਵੇਂ ਕੇਸ, ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਹੋਰ ਅਪਡੇਟਸ ਦੇ ਵੱਲ। ਤੇ ਜਿੰਨੇ ਵੀ ਸਾਡੇ ਵੀਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਚੈਨਲ ਨੂੰ, ਸਾਰਿਆਂ ਦਾ ਮੋਸਟ ਵੈਲਕਮ ਹੈ। ਜਿਨ੍ਹਾਂ ਨੇ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਸਬਸਕ੍ਰਾਈਬ, ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਸੋ ਦੇਖਦੇ ਹਾਂ ਪਹਿਲਾਂ ਤੰਪੂਨ ਇਟਲੀ ਦੇ। ਅੱਜ ਇਟਲੀ ਵਿੱਚ ਵੀਰੋ 1,02,000 ਟੈਸਟ ਜਿਹੜਾ ਕੀਤਾ ਗਿਆ ਆ। ਕੱਲ੍ਹ ਦੇ ਨਾਲੋਂ ਤਕਰੀਬਨ 1 ਲੱਖ ਟੈਸਟ ਜਿਹੜੇ ਆ ਜੀ ਘੱਟ ਕੀਤਾ ਗਿਆ। 10 ਦੀ ਪੋਜ਼ੀਟਿਵ ਜਿਹੜੀ ਅੱਜ ਜਿਹੜੀ ਹੈ 4% ਜਿਹੜੀ ਦੱਸੀ ਜਾ ਰਹੀ ਹੈ। ਕਾਫੀ ਜ਼ਿਆਦਾ ਜਿਹੜੀ ਅੱਜ ਪਹਿਲੀ ਵਾਰ ਜਿਹੜੀ ਆਈ ਹੈ। ਅੱਜ ਜਿਹੜੇ ਨਵੇਂ ਕੇਸਿਸ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ 4,200 ਜਿਹੜੇ ਕੇਸ ਆਏ ਆ। ਤੇ ਜਿਹੜੇ ਟੈਸਟ ਸੀਗੇ ਕੱਲ੍ਹ ਦੇ ਨਾਲੋਂ ਅੱਧੇ ਕੀਤੇ ਗਏ ਆ। ਜੇ ਟੈਸਟ ਕੱਲ੍ਹ ਦੇ ਬਰਾਬਰ ਕੀਤੇ ਜਾਂਦੇ ਆ, ਜਿਹੜੇ ਕੇਸ ਸੀਗੇ ਆਪਣੇ ਇਹ 7,000 ਤੋਂ ਪਾਰ ਚਲੇ ਜਾਣੇ ਸੀ। ਕਿਉਂਕਿ ਕੱਲ੍ਹ 2,03,000 ਟੈਸਟ ਦੇ ਉੱਤੇ 5,735 ਕੇਸ ਜਿਹੜਾ ਨਵਾਂ ਆਇਆ ਸੀ। ਅੱਜ 22 ਲੋਕਾਂ ਦੀ ਵੀਰੋ ਮੌਤ ਹੋਈ ਹੈ ਤੇ 1,500 ਬੰਦਾ ਠੀਕ ਹੋਇਆ, ਜਿਨ੍ਹਾਂ ਆਪਣੇ ਐਕਟਿਵ ਜਿਹੜੇ ਕੇਸ ਹੈ ਜੀ ਉਹ 1,14,855 ਤੇ ਜਿਹੜੇ ਆ ਪਹੁੰਚ ਗਏ ਆ। ਇਸ ਤੋਂ ਬਾਅਦ ਗੱਲ ਕਰੀ ਵੀਰੋ ਵੈਕਸੀਨੇਸ਼ਨ ਦੀ। ਇਟਲੀ ਵਿੱਚ ਤਕਰੀਬਨ 34.5 ਮਿਲੀਅਨ ਲੋਕਾਂ ਦੇ ਵੈਕਸੀਨ ਸਾਈਕਲ ਕੰਪਲੀਟ ਹੋ ਗਿਆ ਹੈ। ਇਸ ਤੋਂ ਇਲਾਵਾ ਲੰਬਾਰਦੀਆਂ 'ਚ ਅੱਜ ਸਿਰਫ 200 ਕੇਸ ਆਏ ਆ। ਉਹਨਾਂ ਦੇ ਵਿੱਚ 425 ਕੰਪਾਨੀਆਂ 'ਚ 315, ਏਮੀਲੀਆ ਰੋਮਾਨੀ ਦੇ ਵਿੱਚ 642, ਪੀਮੋਂਤੇ 'ਚ 90, ਲਾਤਸੀਓ 'ਚ 474, ਪੂਲੀਆ ਦੇ ਵਿੱਚ 144, ਤੁਸਕਾਨਾ 'ਚ 492, ਸਿਚੀਲੀਆ 'ਚ 923, ਜੂਲੀਆ 'ਚ 10, ਮਾਰਕੇ 'ਚ 46। ਇਸ ਤੋਂ ਇਲਾਵਾ ਗੱਲ ਕਰੀਏ ਅਗਲੀ ਅਪਡੇਟ ਦੀ, ਲਿਗੂਰੀਆ 'ਚ 76, ਬਰੂਸੋ 'ਚ 25, ਬੁਲਸਾਨੋ 'ਚ 1, ਕਲਾਬਰੀਆ 'ਚ 92, ਸਰਦੇਨੀਆ 'ਚ 172, ਉੰਬਰੀਆ 'ਚ 31, ਤਰੇਂਤੋ 'ਚ 16, ਬਾਦਲੀਕਾਤਾ 'ਚ 21 ਤੇ ਮੋਲਿਜ਼ੇ 'ਚ 4 ਤੇ ਵਲਦਾਉਤ 'ਚ ਇੱਕ ਜਿਹੜਾ ਕੇਸ ਆ ਨਵਾਂ ਆਇਆ। ਇਹ ਤਾਂ ਸੀਗੀ ਵੀਰੋ ਆਪਣੀ ਅੱਜ ਦੀ ਨਵੀਂ ਗਿਣਤੀ। ਇਸ ਤੋਂ ਪਹਿਲਾਂ ਅਸੀਂ ਇੱਕ ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਅੱਜ ਸਵੇਰ ਦੀ। ਤੁਸੀਂ ਜੇ ਜਾ ਕੇ ਨਹੀਂ ਦੇਖੀ ਤਾਂ ਜਾ ਕੇ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ। ਫੇਕ ਜਿਹੜੇ ਆ ਜੀ ਗ੍ਰੀਨ ਪਾਸ ਜਿਹੜੇ ਆ ਲੋਕਾਂ ਨੂੰ ਜਿਹੜੇ ਆ ਬੇਵਕੂਫ ਬਣਾਇਆ ਜਾ ਰਿਹਾ। ਲੋਕਾਂ ਕੋਲ ਪੈਸੇ ਜਿਹੜੇ ਆ ਲਏ ਜਾ ਰਹੇ ਆ ਤੇ ਫੇਕ ਜਿਹੜੇ ਗ੍ਰੀਨ ਪਾਸ ਆ ਲੋਕਾਂ ਨੂੰ ਦਿੱਤੇ ਜਾ ਰਹੇ ਆ। ਤੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਦੱਸੀ ਹੋਈ ਹੈ। ਤੁਸੀਂ ਜਾ ਕੇ ਇੱਕ ਵਾਰ ਚੈੱਕ ਕਰੀਏ ਜ਼ਰੂਰ ਕਰ ਲਿਓ ਤੇ ਤੁਸੀਂ ਵੀ ਕਿਤੇ ਧੋਖੇ ਵਿੱਚ ਜਿਹੜਾ ਇੱਦਾਂ ਦੇ ਬੰਦਿਆਂ ਦੇ ਵਿੱਚ ਨਾ ਆ ਜਾਈਓ। ਇਸ ਤੋਂ ਬਾਅਦ ਵੀਰੋ ਚੱਲਦੇ ਹਾਂ ਜੀ ਆਪਾਂ ਅਗਲੀਆਂ ਅਪਡੇਟਾਂ ਦੇ ਵੱਲ। ਅਗਲੀ ਅਪਡੇਟ ਵੀਰੋ ਆਪਣੀ ਆ ਰਹੀ ਹੈਗੀ ਆ ਜਿਹੜੇ ਆਪਣੇ ਇੱਥੇ ਦੇ ਮਿਨਿਸਟਰ ਲੁਸ਼ਾਨਾ ਲਾਮੁਰਜੀਜ਼ੇ ਦੇ ਵੱਲੋਂ। ਉਹਨਾਂ ਵੱਲੋਂ ਇੱਕ ਨਵੀਂ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਗਈ ਹੈ ਗ੍ਰੀਨ ਪਾਸ ਨੂੰ ਲੈ ਕੇ ਤੇ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਲੈ ਕੇ। ਜਿਹੜੇ ਰੈਸਟੋਰੈਂਟ ਵੱਲ ਤੁਸੀਂ ਜਦੋਂ ਐਂਟਰ ਕਰਦੇ ਆ ਵੀਰੋ, ਤਾਂ ਉਸ ਵਕਤ ਤੁਹਾਨੂੰ ਜਿਹੜੇ ਉਹ ਕੀ ਪੁੱਛ ਸਕਦੇ ਆ। ਤੁਹਾਡੀ ਆਈਡੀ ਉਹ ਪੁੱਛ ਸਕਦੇ ਜਾਂ ਨਹੀਂ ਪੁੱਛ ਸਕਦੇ, ਇਹਨਾਂ ਬਾਰੇ ਆਪਾਂ ਤੁਹਾਨੂੰ ਜਿਹੜੇ ਆਨਸਰ ਦਿੰਦੇ ਆ। ਜਿੱਦਾਂ ਕਿ ਹੁਣ ਆਪਣੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ 6 ਤਰੀਕ ਤੋਂ ਜਿਹੜਾ ਇਟਲੀ ਵਿੱਚ ਜਿਹੜਾ ਹੈ ਜੀ ਉਹ ਗ੍ਰੀਨ ਪਾਸ ਆ ਓਬਲੀਗੇਟੋਰੀ ਕਰ ਦਿੱਤਾ ਗਿਆ ਹੈ। ਇਹਦਾ ਮਤਲਬ ਇਹ ਹੈ ਵੀ ਜਦ ਤੁਸੀਂ ਕਿਸੇ ਦੁਕਾਨ ਦੇ ਅੰਦਰ ਜਾਣਾ ਆ ਤੇ ਤੁਹਾਨੂੰ ਆਪਣਾ ਗ੍ਰੀਨ ਪਾਸ ਜਿਹੜਾ ਉੱਥੇ ਸ਼ੋਅ ਕਰਨਾ ਪੈਣਾ ਆ। ਹਾਲਾਂਕਿ ਫਿਲਹਾਲ ਜਿਹੜੇ ਬਹੁਤ ਦੁਕਾਨਾਂ ਵਾਲੇ ਉਹ ਚੀਜ਼ ਗ੍ਰੀਨ ਪਾਸ ਨੂੰ ਨਹੀਂ ਪੁੱਛ ਰਹੇ ਹੈਗੇ, ਪਰ ਆਪਾਂ ਨੂੰ ਜਿਹੜਾ ਆ ਆਪਣੀ ਸੇਫਟੀ ਵਾਸਤੇ ਜਿਹੜਾ ਗ੍ਰੀਨ ਪਾਸ ਤੁਹਾਡੇ ਕੋਲ ਹੋਣਾ ਜ਼ਰੂਰੀ ਆ। ਸੋ ਅਸੀਂ ਤੁਹਾਨੂੰ ਇਹ ਬਿਲਕੁਲ ਨਹੀਂ ਕਹਾਂਗੇ ਵੀ ਤੁਹਾਨੂੰ ਤੁਸੀਂ ਗ੍ਰੀਨ ਪਾਸ ਤੋਂ ਬਿਨਾਂ ਅੰਦਰ ਘੁੰਮੋ। ਸੋ ਸਾਡਾ ਕੰਮ ਹੈ ਤੁਹਾਨੂੰ ਇਨਫੋਰਮੇਸ਼ਨ ਦੇਣੀ, ਸਲਾਹਾਂ ਦੇਣੀਆਂ ਨਹੀਂ। ਸੋ ਇਸ ਕਰਕੇ ਤੁਸੀਂ ਆਪਣੇ ਗ੍ਰੀਨ ਪਾਸ ਤੁਹਾਨੂੰ ਤੁਹਾਡੇ ਕੋਲ ਹੋਣਾ ਜ਼ਰੂਰੀ ਆ। ਹੁਣ ਜਿਹੜੇ ਰੈਸਟੋਰੈਂਟਸ ਵਾਲੇ ਜਾਂ ਜਿਹੜੇ ਹੋਰ ਜਸਤੌਰੀ ਜਿਹੜੇ ਹੁੰਦੇ ਆ, ਜੋ ਤੁਸੀਂ ਉਹਨਾਂ ਦੇ ਅੰਦਰ ਜਾਂਦੇ ਆ ਤੇ ਤੁਹਾਡੀ ਜਿਹੜੀ ਉਹ ਆਈਡੀ ਤੁਹਾਨੂੰ ਪੁੱਛ ਸਕਦੇ ਨਹੀਂ ਪੁੱਛ ਸਕਦੇ, ਇਹਦੇ ਬਾਰੇ ਵੀ ਸਵਾਲ ਆਉਂਦਾ ਆ। ਇਹਦੇ ਵਿੱਚ ਜਿਹੜੇ ਲੁਚਿਆਨਾ ਲਾਮੋਰਜੀਜ਼ੇ ਆ ਜਿਨ੍ਹਾਂ ਨੇ ਇੱਕ ਨਵੀਂ ਇਨਫੋਰਮੇਸ਼ਨ ਦਿੱਤੀ। ਉਹਨਾਂ ਨੇ ਕਿਹਾ ਵੀ ਜਿਹੜੇ ਰੈਸਟੋਰੈਂਟਸ ਵਾਲੇ ਬੰਦੇ ਆ ਜਾਂ ਜਿਹੜੇ ਜਸਤੌਰੀ ਜਿਹੜੇ ਕੰਮ ਕਰਦੇ ਆ ਉੱਥੇ ਜਿੰਨੇ ਵੀ ਆ, ਉਹ ਜਿਹੜੇ ਬੰਦੇ ਆ ਜੀ ਤੁਹਾਡਾ ਗ੍ਰੀਨ ਪਾਸ ਦਾ ਚੈੱਕ ਕਰ ਸਕਦੇ ਆ। ਉਹਨਾਂ ਕੋਲ ਜਿਹੜੀ ਆ ਇਹ ਜਿਹੜੀ ਪਾਵਰ ਹੈ ਵੀ ਤੁਹਾਡਾ ਉਹ ਗ੍ਰੀਨ ਪਾਸ ਐਂਟਰੀ ਵਕਤ ਚੈੱਕ ਕਰਨ, ਪਰ ਤੁਹਾਡਾ ਜਿਹੜਾ ਉਹ ਤੁਹਾਡੀ ਜਿਹੜੀ ਆਇਡੈਂਟੀ ਜਿਹੜੀ ਆ ਉਹਨੂੰ ਜਿਹੜਾ ਵੈਰੀਫਾਈ ਨਹੀਂ ਕਰ ਸਕਦੇ। ਤੇ ਇਹ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਕੇ ਹਟੇ ਹਾਂ, ਆਇਡੈਂਟੀ ਦਾ ਮਤਲਬ ਹੁੰਦਾ ਵੀ ਤੁਹਾਡਾ ਨਾਮ, ਸਰਨੇਮ, ਤੁਹਾਡਾ ਸਾਰਾ ਜਿਹੜਾ ਡਾਟਾ ਹੁੰਦਾ ਉਹ ਜਿਹੜੀ ਚੀਜ਼ ਹੈ ਚੈੱਕ ਤੁਹਾਡੇ ਕੋਲ ਨਹੀਂ ਮੰਗ ਸਕਦੇ। ਸਿਰਫ ਤੁਹਾਡਾ ਗ੍ਰੀਨ ਪਾਸ ਹੀ ਉਹਨਾਂ ਨੇ ਚੈੱਕ ਕਰਨਾ ਆ। ਉਹਦੇ ਵਿੱਚ ਸਿਰਫ ਇੰਨਾ ਦੇਖਣਾ ਵੀ ਵੈਕਸੀਨ ਲੱਗਾ ਜਾਂ ਨਹੀਂ ਲੱਗਾ, ਜਾਂ ਤੰਪੂ ਨਹੀਂ ਕਰਾਇਆ ਜਾਂ ਨਹੀਂ ਕਰਾਇਆ, ਜੇ ਬੰਦਾ ਬਿਮਾਰ ਸੀ ਜਾਂ ਨਹੀਂ ਸੀ। ਇਸ ਤੋਂ ਇਲਾਵਾ ਇੱਕ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਿਹੜੀ ਗੌਰਮੈਂਟ ਆ ਉਹ ਇੱਕ ਜਿਹੜਾ ਨਵਾਂ ਜਿਹੜਾ ਚਿਰਕੂਲਰ ਜਿਹੜਾ ਆ ਉਹ ਜਿਹੜਾ ਵਿਮਨ ਵਾਲੀ ਜਿਹੜੀ ਸਾਈਟ ਹੈ ਇੱਥੇ ਦੀ ਪੁਲਿਸ ਦੇ ਉੱਤੇ ਉਹਦੇ ਵਿੱਚ ਜਿਹੜੇ ਆ ਅਪਲੋਡ ਕਰਨ ਜਾ ਰਹੇ ਆ, ਜਿਹਦੇ ਵਿੱਚ ਇਹ ਜਿਹੜੀ ਚੀਜ਼ ਲਿਖੀ ਜਾਣੀ ਹੈ ਵੀ ਜਿਹੜੇ ਰੈਸਟੋਰੈਂਟਸ ਵਾਲੇ ਬੰਦੇ ਆ ਉਹ ਕਿਸੇ ਵੀ ਬੰਦੇ ਦੀ ਆਇਡੈਂਟੀ ਜਿਹੜੀ ਹੈ ਉਹਨੂੰ ਜਿਹੜਾ ਨਹੀਂ ਪੁੱਛ ਸਕਦੇ। ਤੇ ਇਸ ਤੋਂ ਇਲਾਵਾ ਵੀਰੋ ਇਹ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਸ਼ੇਅਰ ਕੀਤੀ, ਇਹਦੇ ਵਿੱਚ ਇੱਕ ਹੋਰ ਅਪਡੇਟ ਇਹ ਹੈ ਵੀ ਜਿਹੜੇ ਪੁਲਿਸ ਜਿਹੜੀ ਹੈ ਇਹ ਕੰਮ ਪੁਲਿਸ ਦਾ ਨਹੀਂ ਹੈਗਾ। ਜਿਹੜੇ ਗ੍ਰੀਨ ਪਾਸ ਚੈੱਕ ਕਰਨ ਰੈਸਟੋਰੈਂਟਸ ਦੇ ਵਿੱਚ ਇਹ ਜਿਹੜੇ ਆ ਉਹਨਾਂ ਨੇ ਜਿਹੜੇ ਐਂਟਰੀ ਵਕਤ ਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੀ ਜ਼ਿੰਮੇਵਾਰੀ ਤੇ ਉਹਨਾਂ ਨੇ ਜਿਹੜੇ ਪ੍ਰੋਪਰਟੀ ਜਿਹੜਾ ਮਾਲਕ ਆ ਉਹਦੀ ਜ਼ਿੰਮੇਵਾਰੀ ਆ ਸਿਕਿਉਰਿਟੀ ਦੀ। ਇਸ ਕਰਕੇ ਕੋਈ ਵੀ ਜਿਹੜੀ ਹੈ ਕ੍ਰਿਮੀਨਲ ਜਿਹੜੀ ਹੈ ਇੱਥੇ ਇਟਲੀ ਵਿੱਚ ਨਾ ਕੀਤਾ ਜਾਵੇ, ਇੱਦਾਂ ਦਾ ਕੋਈ ਵੀ ਕ੍ਰਿਮੀਨਲਤਾ ਨਾ ਹੋਵੇ। ਉਸ ਕਰਕੇ ਜਿਹੜੀ ਸਾਰੀ ਜ਼ਿੰਮੇਵਾਰੀ ਜਿਹੜੀ ਹੋਟਲਾਂ ਦੇ ਜਿਹੜੇ ਮਾਲਕ ਆ ਉਹਨਾਂ ਦੇ ਉੱਤੇ ਬਣਦੀ ਆ। ਇਸ ਤੋਂ ਇਲਾਵਾ ਬਾਕੀ ਪੁਲਿਸ ਦੇ ਨਾਲ ਜਿਹੜੀ ਪੁਲਿਸ ਅਮਿਨਿਸਟ੍ਰੇਟਿਵ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਮਿਲ ਕੇ ਰੈਸਟੋਰੈਂਟਸ ਦੀ ਚੈਕਿੰਗ ਵੀ ਜਿਹੜੀ ਸਰਕਾਰ ਨੇ ਕਰਨੀ ਆ ਵੀ ਇਹ ਜਿਹੜੇ ਕਿਸ ਹਿਸਾਬ ਦੇ ਨਾਲ ਕੰਮ ਅੰਦਰ ਕਰਦੇ ਆ। ਸੋ ਫਿਰ ਤੁਸੀਂ ਜੇਕਰ ਕਿਸੇ ਰੈਸਟੋਰੈਂਟ ਦੇ ਵਿੱਚ ਜਾਂਦੇ ਆ, ਤੁਹਾਨੂੰ ਅਗਲਾ
ਪੁੱਛ ਰਹੇ ਆ ਵੀ ਤੁਸੀਂ ਆਪਣਾ ਕਾਰਤ ਦੇਣਤੀ ਦਿਖਾਓ, ਤੁਸੀਂ ਮੈਨੂੰ ਆਪਣਾ ਤੇਸਰਾ ਸੈਨੇਟਾਰੀਆ ਦਿਖਾਓ, ਤੁਸੀਂ ਨਹੀਂ ਦਿਖਾਉਣਾ, ਤੁਸੀਂ ਸਿਰਫ ਉਹਨੂੰ ਆਪਣਾ ਗ੍ਰੀਨ ਪਾਸ ਹੀ ਸ਼ੋਅ ਕਰਨਾ। ਇੰਨੀ ਕੀ ਉਹਦੇ ਕੋਲ ਪਾਵਰ ਆ, ਉਸ ਤੋਂ ਬਾਅਦ ਉਹਦੇ ਕੋਲ ਪਾਵਰ ਹੈ ਨਹੀਂ ਕਿ ਤੁਹਾਡੇ ਕੋਲ ਹੋਰ ਕੁਝ ਨਹੀਂ ਪੁੱਛ ਸਕਦਾ ਉਹ। ਤੇ ਜਦੋਂ ਵੀਰੋ ਉਹ ਪਾਸ ਜਿਹੜਾ ਚੈੱਕ ਕਰਦੇ ਆ, ਜੇਕਰ ਹੁਣ ਤੁਹਾਡੀ ਆਈਡੈਂਟੀ ਜਿਹੜੀ ਹੈ ਉਹ ਜਿਹੜੀ ਨਹੀਂ ਮਿਲਦੀ ਹੈਗੀ ਨਾਮ ਦੇ ਨਾਲ, ਤੁਹਾਡੇ ਜਿਹੜਾ ਗ੍ਰੀਨ ਪਾਸ ਤੁਹਾਡੇ ਕੋਲ ਹੈਗਾ, ਜੇਕਰ ਤੁਹਾਡੇ ਕੋਲ ਗ੍ਰੀਨ ਫੇਕ ਜਿਹੜਾ ਪਾਸ ਹੈ ਜੀ ਫੜਿਆ ਜਾਂਦਾ ਗ੍ਰੀਨ ਪਾਸ, ਉਸ ਵਕਤ ਤੁਹਾਡੇ ਉੱਤੇ ਜਿਹੜੀ ਆ ਰਿਪੋਰਟ ਦਰਜ ਕੀਤੀ ਜਾਣੀ ਆ ਪੁਲਿਸ ਦੇ ਵੱਲੋਂ। ਉਸ ਵਕਤ ਫਿਰ ਤੁਹਾਡਾ ਜਿਹੜਾ ਆ ਵੱਖਰਾ ਜਿਹੜੀ ਸੰਸਥਾ ਤੁਹਾਡੀ ਹੋਣੀ ਹੈ, ਜਿਹਦਾ ਜੁਰਮਾਨਾ 400 ਯੂਰੋ ਤੋਂ ਲੈ ਕੇ 1000 ਯੂਰੋ ਤੱਕ ਜਿਹੜਾ ਆ ਤੁਹਾਨੂੰ ਭੁਗਤਣਾ ਪੈਣਾ ਆ। ਤੇ ਰਿਪੋਰਟ ਵੀ ਤੁਹਾਡੀ ਦਰਜ ਕੀਤੀ ਜਾਣੀ ਆ। ਤੇ ਜੇ ਤੁਸੀਂ ਬਿਨਾਂ ਗ੍ਰੀਨ ਪਾਸ ਤੋਂ ਅੰਦਰ ਜਾਂਦੇ ਜਾਂ ਅੰਦਰ ਫੜੇ ਜਾਂਦੇ ਆ ਰੈਸਟੋਰੈਂਟ ਦੇ ਕਿਊਜ਼ੋ ਦੇ ਵਿੱਚ, ਉਸ ਵਕਤ ਵੀ ਤੁਹਾਨੂੰ ਜਿਹੜਾ ਆ ਜੁਰਮਾਨਾ ਕੀਤਾ ਜਾਣਾ ਆ। ਤੇ ਉਸ ਵਕਤ ਜੁਰਮਾਨਾ ਡਬਲ ਹੋਣਾ, ਤੁਹਾਨੂੰ ਤਾਂ ਹੋਣਾ ਹੀ ਆ, ਤੁਹਾਡੇ ਕੋਲ ਗ੍ਰੀਨ ਪਾਸ ਨਹੀਂ ਹੈਗਾ, ਨਾਲ ਜਿਹੜੇ ਰੈਸਟੋਰੈਂਟ ਵਾਲੇ ਬੰਦੇ ਉਹਨਾਂ ਨੂੰ ਵੀ ਜੁਰਮਾਨਾ ਹੋਣਾ, ਕਿਉਂਕਿ ਉਹਨੇ ਚੈਕਿੰਗ ਨਹੀਂ ਕੀਤੀ। ਤੇ ਜੇ ਵੀਰੋ ਇਹ ਜਿਹੜੀ ਜੁਰਮਾਨਾ ਜੇਕਰ ਕਿਸੇ ਰੈਸਟੋਰੈਂਟ ਵਾਲਾ ਬੰਦਾ ਆ, ਉਹਦੀ ਜਿਹੜੀ 3 ਦਿਨਾਂ ਦੇ ਵਿੱਚ 3 ਵਾਰ ਜਿੱਦਾਂ ਇੱਦਾਂ ਦੇ ਕੇਸ ਹੁੰਦੇ ਆ ਵੀ ਬਿਨਾਂ ਗ੍ਰੀਨ ਪਾਸ ਤੋਂ ਬੰਦੇ ਅੰਦਰ ਵੜਦੇ ਆ, ਤੇ ਉਸ ਦਾ ਜਿਹੜਾ ਆ ਐਕਟੀਵਿਟੀ ਜਿਹੜੀ ਆ 10 ਦਿਨਾਂ ਤੱਕ ਜਿਹੜੀ ਆ ਬੰਦ ਕਰਾ ਦਿੱਤੀ ਜਾਣੀ ਆ। ਸਿਰੋਂ ਇਹ ਤਾਂ ਹੈਗੀ ਇਨਫੋਰਮੇਸ਼ਨ ਆਪਣੀ ਗ੍ਰੀਨ ਪਾਸ ਨੂੰ ਲੈ ਕੇ ਤੇ ਰੈਸਟੋਰੈਂਟਸ ਨੂੰ ਲੈ ਕੇ, ਤੇ ਕੌਣ ਤੁਹਾਡੀ ਚੈਕਿੰਗ ਕਰ ਸਕਦਾ ਉਹ ਆਪਾਂ ਚੰਗੀ ਤਰੀਕੇ ਦੇ ਨਾਲ ਤੁਹਾਨੂੰ ਕੋਸ਼ਿਸ਼ ਕੀਤੀ ਆ ਵੀ ਦੱਸਿਆ ਜਾਵੇ। ਇਸ ਤੋਂ ਬਾਅਦ ਚੱਲਦੇ ਹੁਣ ਆਪਾਂ ਹੋਰ ਅਪਡੇਟ ਦੇ ਵੱਲ। ਅਗਲੀ ਆਪਣੀ ਵੀਰੋ ਅਪਡੇਟ ਆ ਰਹੀ ਹੈਗੀ ਹੈ ਜੇ ਇੱਕ ਹੋਰ ਜਿਹੜਾ ਵੇਰੀਐਂਟ ਆਇਆ ਆ, ਨਵਾਂ ਵੇਰੀਐਂਟ ਜਿਹੜਾ ਆਇਆ ਹੈ ਲਾਂਬ ਦਾ ਜਿਹੜਾ ਵੇਰੀਐਂਟ ਆ, ਤੁਹਾਨੂੰ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਇਸ ਵੇਰੀਐਂਟ ਦੇ ਬਾਰੇ, ਪਰ ਹੁਣ ਜਿਹੜੀ ਦੁਬਾਰਾ ਤੋਂ ਜਿਹੜੀ ਇਹ ਗੱਲ ਇਹ ਆ ਰਹੀ ਹੈ ਖਬਰਾਂ ਦੇ ਵਿੱਚ ਵੇਰੀਐਂਟ, ਤੇ ਇਹ ਜਿਹੜਾ ਨਵਾਂ ਜਿਹੜਾ ਵੇਰੀਐਂਟ ਵੀਰੋ ਇਸ ਵਕਤ USA ਦੇ ਵਿੱਚ ਜਿਹੜਾ ਕਾਫੀ ਜਿਹੜਾ ਜ਼ਿਆਦਾ ਜਿਹੜਾ ਆ, ਸਾਊਥ ਅਮਰੀਕਾ ਜਿਹੜੀ ਜੇਕਰ ਗੱਲ ਕਰੀਏ ਆਪਾਂ, ਤੇ ਉੱਥੇ ਜਿਹੜੇ ਆ ਜ਼ਿਆਦਾ ਇਹ ਵਾਇਰਸ ਜਿਹੜਾ ਦੁਬਾਰਾ ਤੋਂ ਫੈਲ ਰਿਹਾ ਆ। ਇਟਲੀ ਵਿੱਚ ਸਿਰਫ ਇਹਦੇ ਹਲੇ 13 ਜਿਹੜੇ ਕੇਸ ਮਿਲੇ ਆ, ਤੇ ਇਟਲੀ ਵਿੱਚ ਫਿਲਹਾਲ ਹਲੇ ਰੱਬ ਦੀ ਕਿਰਪਾ ਦੇ ਨਾਲ ਇਹ ਜ਼ਿਆਦਾ ਜਿਹੜਾ ਵੇਰੀਐਂਟ ਹੈ ਨਹੀਂ ਫੈਲ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਡੈਲਟਾ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਆ ਵੀ ਜਿਹੜਾ ਲਾਮ ਦਾ ਜਿਹੜਾ ਵਾਇਰਸ ਜਿਹੜਾ ਹੈ ਜੀ, ਇਹ ਜਿਹੜਾ ਆ ਜ਼ਿਆਦਾ ਸਪੀਡ ਜਿਹੜੀ ਆ ਫੜ ਸਕਦਾ ਆ। ਇਹ ਤੁਹਾਨੂੰ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜੇ ਵੇਰੀਐਂਟ ਜਿਹੜੇ ਆ ਜੀ ਮੁੱਕਣੇ ਨਹੀਂ ਹੈਗੇ, ਇਹ ਇੱਕ ਦੀ ਜਿਹੜੀ ਆ ਵਾਰੀ ਖਤਮ ਹੋਣੀ ਹੈ, ਦੂਜੀ ਜਿਹੜੀ ਆ ਐਂਟਰੀ ਵਿੱਚ ਆਪਣੀ ਕਰ ਲੈਣੀ ਆ। ਹੁਣ ਤੁਹਾਨੂੰ ਹੌਲੀ ਹੌਲੀ ਇਸ ਵੇਰੀਐਂਟ ਦਾ ਜਿਹੜੀਆਂ ਖਬਰਾਂ ਆਉਣ ਲੱਗ ਪੈਣੀਆਂ ਲਗਾਤਾਰ ਵੀ ਜਿਹੜਾ ਵੇਰੀਐਂਟ ਦੁਬਾਰਾ ਫੈਲ ਰਿਹਾ, ਫਿਰ ਤੋਂ ਆ ਰਿਹਾ। ਤੇ ਇਸ ਵਕਤ ਇਹ ਸਾਊਥ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕੇਸਿਸ ਕਾਫੀ ਜ਼ਿਆਦਾ ਆ ਰਹੇ ਆ। USA ਦੇ ਵਿੱਚ ਤਕਰੀਬਨ ਹਲੇ 83% ਜਿਹੜਾ ਡੈਲਟਾ ਵੇਰੀਐਂਟ ਜਿਹੜਾ ਚੱਲ ਰਿਹਾ ਹੈ, ਪਰ ਇਹਦੀ ਜਿਹੜੀ ਪਰਸੈਂਟੇਜ ਜਿਹੜੀ ਇਸ ਵੇਰੀਐਂਟ ਦੀ ਉਹ ਵੀ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਆ। ਤੇ ਇਹ ਜਿਹੜਾ ਵੀਰੋ ਵੇਰੀਐਂਟ ਜਿਹੜਾ ਜੀ ਸਭ ਤੋਂ ਪਹਿਲਾਂ ਇਹ ਪੇਰੂ ਦੇ ਵਿੱਚ ਜਿਹੜਾ ਮਿਲਿਆ ਸੀਗਾ, ਪਿਛਲੇ ਸਾਲ ਦਾ ਜਿਹੜਾ ਵੇਰੀਐਂਟ ਹੈ ਇਹ 2020 ਦਾ ਜਿਹੜਾ ਫੈਲਦਾ ਪਿਆ ਆ। ਤੇ ਫਿਲਹਾਲ ਹਲੇ ਜੇਕਰ ਗੱਲ ਕਰੀਏ ਵੈਕਸੀਨ ਦੇ ਉੱਤੇ ਕਿੰਨੇ ਪਰਸੈਂਟੇਜ ਕੰਮ ਕਰ ਸਕਦਾ ਹੈ, ਵੈਕਸੀਨ ਇਹਦੇ ਉੱਤੇ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਤੇ ਵੀਰੋ ਇੱਕ ਜਿਹੜੀ ਨਿਊਯਾਰਕ ਦੇ ਵਿੱਚ ਇੱਕ ਜਿਹੜੀ ਸਟੱਡੀ ਕੀਤੀ ਗਈ ਹੈ ਮਾਊਂਟ ਸਨਾਈ ਦੇ ਵਿੱਚ 23 ਜੁਲਾਈ ਨੂੰ ਪਿਛਲੇ ਮਹੀਨੇ, ਤੇ ਉਹਦੇ ਵਿੱਚ ਜਿਹੜਾ ਸਾਰੇ ਜਿਹੜੇ ਵੇਰੀਐਂਟ ਦੇ ਉੱਤੇ ਜਿਹੜੀ ਸਟੱਡੀ ਕੀਤੀ ਗਈ ਹੈ, ਤੇ ਪਤਾ ਲੱਗਿਆ ਵੀ ਜਿਹੜਾ ਡੈਲਟੇ ਤੋਂ ਬਾਅਦ ਜਿਹੜਾ ਲਾਮ ਦਾ ਜਿਹੜਾ ਵਾਇਰਸ ਹੈਗਾ ਇਹ ਵਾਲਾ, ਇਹਦੇ ਵਿੱਚ ਜਿਹੜੀ ਆ ਥੋੜ੍ਹੀ ਜਿਹੀ ਵੈਕਸੀਨ ਦੀ ਜਿਹੜੀ ਐਫੀਸ਼ੀਐਂਸੀ ਜਿਹੜੀ ਆ ਹੋਰ ਜਿਹੜੀ ਆ ਘੱਟ ਜਾਂਦੀ ਆ। ਡੈਲਟਾ 'ਤੇ ਵੀ ਘੱਟ ਗਈ ਆ ਐਫੀਸ਼ੀਐਂਸੀ, ਇਹ ਜਿਹੜਾ ਹੋਰ ਅੱਗੇ ਇਸ ਤੋਂ ਹੋਰ ਘਟੀ ਜਾਣੀ ਹੈ, ਤੇ ਜਿਹਦੇ ਕਰਕੇ ਵੈਕਸੀਨ ਜਿਹੜੇ ਆ ਕਮਜ਼ੋਰ ਜਿਹੜੇ ਲਗਾਤਾਰ ਆਪਣੇ ਜਿਹੜੇ ਆ ਪੈ ਰਹੇ ਆ। ਪਰ ਹਲੇ ਸਾਇੰਸ ਕੋ ਜਿਹੜੇ ਆ ਜਿਹਦੇ ਬਾਰੇ ਪੱਕੇ ਸਬੂਤ ਹੈ ਨਹੀਂ ਕਿ ਵੀ ਕਿੰਨੀ ਪਰਸੈਂਟੇਜ ਇਹਦੀ ਵੈਕਸੀਨ ਘਟਾ ਰਹੀ ਹੈ, ਤੇ ਇਸੇ ਕਰਕੇ ਹਲੇ ਇਹਦੇ ਬਾਰੇ ਵੀਰੋ ਕੁਝ ਪਤਾ ਨਹੀਂ ਲੱਗ ਰਿਹਾ ਬਈ ਵੈਕਸੀਨ ਲੱਗਣ ਤੋਂ ਬਾਅਦ ਜੇਕਰ ਹੁਣ ਇੱਦਾਂ ਦੇ ਨਵੇਂ ਜਿਹੜੇ ਵੇਰੀਐਂਟ ਆਉਣਗੇ ਤੇ ਉਹਦੇ ਨਾਲ ਜਿਹੜੀ ਪ੍ਰੋਬਲਮ ਜਿਹੜੀ ਦੁਬਾਰਾ ਤੋਂ ਆ ਸਕਦੀ ਆ ਵੀ ਵੇਰੀਐਂਟ ਜਿਹੜੇ ਆ ਜ਼ਿਆਦਾ ਸਟਰੋਂਗ ਜੇਕਰ ਆ ਗਏ ਤੇ ਵੈਕਸੀਨ ਜਿਹੜੇ ਆ ਇਹਨਾਂ ਦੀ ਜਿਹੜੀ ਆ ਐਫੀਸ਼ੀਐਂਸੀ ਹੋਰ ਘੱਟ ਸਕਦੀ ਹੈ, ਜਿਹਦੇ ਨਾਲ ਫਿਰ ਸਾਇੰਸ ਕਹਿ ਸਕਦੇ ਤੁਸੀਂ ਇੱਕ ਵੈਕਸੀਨ ਆਪਣੇ ਹੋਰ ਲਗਵਾਵੋ। ਸੋ ਇਹ ਜਿਹੜਾ ਕੰਮ ਹੈ ਕਦੋਂ ਮੁੱਕਣਾ ਆ, ਇਹ ਕਦੋਂ ਵਾਇਰਸ ਜਿਹੜਾ ਦੁਨੀਆ ਤੋਂ ਖਤਮ ਹੋਣਾ ਆ, ਇਹਦੇ ਬਾਰੇ ਕੋਈ ਜਾਣਕਾਰੀ ਹਲੇ ਹੈ ਨਹੀਂਗੀ। ਵੈਸੇ ਵਾਇਰਸ ਤਾਂ ਜਿਹੜੇ ਇੱਕ ਵਾਰ ਆ ਗਏ ਨਹੀਂ ਮੁੱਕਦੇ, ਪਰ ਫਿਰ ਵੀ ਇਹ ਜਿਹੜੇ ਆ ਕਦੋਂ ਤੱਕ ਬੰਦਾ ਆਪਣੇ ਆਪ ਨੂੰ ਅਡੋਪਟ ਕਰਦਾ ਇਹਨਾਂ ਵਾਇਰੈਂਟਸ ਦੇ ਨਾਲ, ਉਹਦੇ ਹਲੇ ਤੱਕ ਆਪਾਂ ਸਾਰਿਆਂ ਨੂੰ ਜਿਹੜੀ ਆ ਵੇਟ ਆ। ਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਅਗਲੀ ਅਪਡੇਟ ਦੇ ਵੱਲ, ਉਹ ਹੈਗੀ ਆਪਣੀ WHO ਨੂੰ ਲੈ ਕੇ, WHO ਨੂੰ ਲੈ ਕੇ ਨਹੀਂ, ONU ਨੂੰ ਲੈ ਕੇ ਆ, ਜਿਹੜੀ ਮੌਸਮ ਵਿਭਾਗ ਵਾਲੇ ਉਹਨਾਂ ਨੂੰ ਲੈ ਕੇ। ਉਹਨਾਂ ਨੇ ਜਿਹੜੇ ਅੱਜ ਇੱਕ ਕੋਡੀਚੇ ਰੋਸੋ ਜਿਹੜਾ ਜਾਰੀ ਕੀਤਾ ਆ ਕਾਂਬੀਆਮੈਂਤੋ ਕਲੀਮਾਤੀਚੀ ਨੂੰ ਲੈ ਕੇ। ਇਸ ਵਕਤ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੌਸਮ ਦੀ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਮਾਰ ਪੈ ਰਹੀ ਆ, ਤੇ ਉਹਨਾਂ ਵੱਲੋਂ ਇੱਕ ਜਿਹੜਾ ਆ ਰੈੱਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਆ। ਜੇਕਰ ਆਪਾਂ ਗੱਲ ਕਰੀਏ ਟੈਂਪਰੇਚਰ ਜਿਹੜਾ ਆਪਣਾ ਲਗਾਤਾਰ ਵੱਧ ਰਿਹਾ ਆ। ਟੈਂਪਰੇਚਰ ਦੀ ਗੱਲ ਮੈਂ ਇਸ ਚੈਨਲ ਦੇ ਉੱਤੇ ਅੱਗੇ ਵੀ ਕਈ ਵਾਰੀ ਕੀਤੀ ਆ, ਤੇ ਜਿਹੜਾ ਕਿ ਇੱਕ ਇੰਪੋਰਟੈਂਟ ਜਿਹੜਾ ਵਿਸ਼ਾ ਆ, ਤੇ ਸਾਡੇ ਹਿਸਾਬ ਦੇ ਨਾਲ ਇਸ ਵਿਸ਼ੇ ਉੱਤੇ ਜਿਹੜੀ ਗੱਲ ਆ ਆਪਣੀ ਕਰਨੀ ਜ਼ਰੂਰੀ ਆ, ਕਿਉਂਕਿ ਆਪਣੀ ਲੋਕ ਜਿਹੜੇ ਸਾਨੂੰ ਸੁਣਦੇ ਆ ਉਹਨਾਂ ਨੂੰ ਵੀ ਜਿਹੜੀ ਪਤਾ ਲੱਗੇ ਵੀ ਇਸ ਵਕਤ ਜਿਹੜੀ ਆ ਕਾਂਬੀਆਮੈਂਤੀ ਕੀ ਹੋ ਰਹੀ ਆ ਮੌਸਮ ਦੇ ਵਿੱਚ, ਕਿਉਂਕਿ ਇਹ ਆਪਣਾ ਸਾਰਾ ਜਿਹੜਾ ਫਿਊਚਰ ਹੈ ਇਹਦੇ ਉੱਤੇ ਜਿਹੜਾ ਟਿਕਿਆ ਹੋਇਆ ਹੈ ਆਉਣ ਵਾਲਾ ਸਮਾਂ ਜਿਹੜਾ। ਵੀਰੋ ਇਹ ਜਿਹੜਾ IPCC ਦੇ ਵੱਲੋਂ ਜਿਹੜੀ ਇੱਕ ਕਾਫੀ ਜਿਹੜਾ ਵੱਡਾ ਜਿਹੜਾ ਅਲਾਰਮ ਜਿਹੜਾ ਹੈ ਜਾਰੀ ਕੀਤਾ ਗਿਆ ਆ, ਜਿਹੜਾ ਆਪਣਾ ਪੂਰੀ ਧਰਤੀ ਹੈ ਇਹਦੇ ਟੈਂਪਰੇਚਰ ਨੂੰ ਲੈ ਕੇ। ਇਹਨਾਂ ਵੱਲੋਂ ਵੀਰੋ ਦੱਸਿਆ ਗਿਆ ਹੈ, ਉਹਨਾਂ ਨੇ ਅੱਜ ਜਿਹੜੀ ਜਾਣਕਾਰੀ ਓਫੀਸ਼ੀਅਲ ਤੌਰ 'ਤੇ ਸ਼ੇਅਰ ਕੀਤੀ ਹੈ ਵੀ ਜਿਹੜੀ ਇਸ ਵਕਤ ਮੌਸਮ ਜਿਹੜਾ ਚੇਂਜ ਹੋ ਰਿਹਾ, ਇਹ ਜਿਹੜਾ ਹੁਣ ਜਿਹੜਾ ਆ
ਇਹ ਜਿਹੜਾ ਇਹਨੂੰ ਆਪਾਂ ਰੋਕ ਨਹੀਂ ਸਕਦੇ ਹੈਗੇ, ਇਨਵਿਟੇਬਿਲੀ ਆ, ਤੇ ਇਹ ਇਰਰਿਵਰਸੀਬਲ ਵੀ ਹੈ, ਯਾਨੀ ਕਿ ਆਪਾਂ ਹੁਣ ਬੈਕ ਵੀ ਨਹੀਂ ਜਾ ਸਕਦੇ ਇਸ ਤੋਂ। ਜਿਸ ਜਗ੍ਹਾ 'ਤੇ ਆਪਾਂ ਹੁਣ ਖੜੇ ਹੋ ਗਏ ਆ ਕਿ ਇੱਥੋਂ ਹੁਣ ਪਿੱਛੇ ਨੂੰ ਜਾਣਾ ਕਾਫੀ ਮੁਸ਼ਕਿਲ ਆ। ਜਿਹੜਾ ਕੰਮ ਆਪਾਂ ਕਰਨਾ ਸੀਗਾ, ਜੇਕਰ ਆਪਾਂ ਕਈ ਸਾਲ ਪਹਿਲਾਂ ਉਹ ਕਰ ਜਾਂਦੇ ਤੇ ਉਸ ਟਾਈਮ ਹੋ ਸਕਦਾ ਸੀਗਾ ਵੀ ਆਪਣੀ ਧਰਤੀ ਦਾ ਟੈਂਪਰੇਚਰ ਜਿਹੜਾ ਰੁਕ ਜਾਂਦਾ, ਪਰ ਹੁਣ ਆਪਾਂ ਇੱਕ ਐਸੀ ਪੋਜੀਸ਼ਨ 'ਤੇ ਜਿਹੜੇ ਪਹੁੰਚ ਗਏ ਆ ਦੁਨੀਆ ਦੇ ਵਿੱਚ ਜਿੱਥੋਂ ਵਾਪਸ ਮੁੜਨਾ ਹੁਣ ਕਾਫੀ ਮੁਸ਼ਕਿਲ ਆ। ਤੇ ਵੀਰੋ ਜੇਕਰ ਗੱਲ ਕਰੀਏ ਆਪਾਂ 2030 ਤੱਕ ਦੀ, ਜਿਹੜੀ ਕਿ ਆਉਣ ਵਾਲੇ 9 ਸਾਲ ਜਿਹੜੇ ਆਪਣੇ ਹੁਣ 2030 ਤੱਕ ਆਪਣਾ ਟੈਂਪਰੇਚਰ ਜਿਹੜਾ ਹੈ ਜੀ ਉਹ ਜਿਹੜਾ 1.5 ਡਿਗਰੀ ਜਿਹੜਾ ਵੱਧ ਜਾਣਾ ਹੈ ਨਾਰਮਲ ਟੈਂਪਰੇਚਰ ਦੇ ਨਾਲੋਂ। ਤੇ 1.5 ਡਿਗਰੀ ਤੁਹਾਨੂੰ ਬਹੁਤ ਘੱਟ ਲੱਗ ਰਿਹਾ ਹੈ, ਪਰ ਜਿਹੜਾ 1.5 ਜਿਹੜਾ ਸੈਂਟੀਗ੍ਰੇਡ ਟੈਂਪਰੇਚਰ ਹੈ ਬਹੁਤ ਜ਼ਿਆਦਾ ਹੁੰਦਾ ਆ ਪੂਰੀ ਧਰਤੀ ਦਾ। ਇਸ ਤੋਂ ਇਲਾਵਾ ਵੀਰੋ ਜੇਕਰ ਗੱਲ ਕਰੀਏ ਆਪਾਂ ਹੁਣ ਅਗਲੀ ਇਸ ਤੋਂ ਜਿਹੜੀ ਇਨਫੋਰਮੇਸ਼ਨ ਉਹਨੇ ਹੋਰ ਸ਼ੇਅਰ ਕੀਤੀ ਹੈ IPCC ਦੇ ਵੱਲੋਂ। ਉਹਨੇ ਕਿਹਾ ਵੀ ਜਿਹੜੇ ਪਿਛਲੇ ਤੁਸੀਂ ਕੁਛ ਮਹੀਨੇ ਜਿਹੜੇ ਦੇਖੇ ਇਸ ਸਾਲ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਆ। ਇਟਲੀ ਦੇ ਵਿੱਚ, ਯੂਰਪ ਦੇ ਵਿੱਚ ਇਸ ਸਾਲ ਹੜ੍ਹ ਜਿਹੜੇ ਆ ਬਹੁਤ ਆਏ ਆ। ਇਹ ਹੜ੍ਹ ਆਉਣ ਦਾ ਕਾਰਨ ਜਿਹੜਾ ਆ ਇਹੀ ਹੈ। USA ਦੇ ਵਿੱਚ, ਸਾਈਬੇਰੀਆ ਦੇ ਵਿੱਚ ਜਿਹੜੇ ਆ ਕਾਫੀ ਨੁਕਸਾਨ ਇਸ ਵਕਤ ਹੋਇਆ ਆ। ਉਹ ਇਹਨਾਂ ਦਾ ਸਾਰਾ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਇਹੀ ਕਹਿਣਾ ਵੀ ਸਾਰਾ ਇਹ ਟੈਂਪਰੇਚਰ ਦੇ ਕਾਰਨ ਹੋ ਰਿਹਾ। ਤੇ ਆਪਣਾ ਜਿਹੜਾ ਪੂਰਾ ਜਿਹੜਾ ਈਕੋਸਿਸਟਮ ਜਿਹੜਾ ਆ ਜੀ, ਆਪਣਾ ਐਟਮੋਸਫੇਅਰ ਆ, ਆਪਣੇ ਓਸ਼ੀਅਨ ਜਿਹੜੇ ਆਪਣੇ ਇੱਥੇ ਦੇ ਜਿਹੜੇ ਆ GHI ਜਿੰਨੇ ਵੀ ਹੈਗੇ ਆ ਸਾਰੇ ਜਿਹੜੇ ਆ ਉਹਨਾਂ ਦੇ ਵਿੱਚ ਕਾਂਬੀਆਮੈਂਟੋ ਜਿਹੜੀ ਆ ਬਹੁਤ ਜ਼ਿਆਦਾ ਸਪੀਡ ਦੇ ਨਾਲ ਆ ਰਹੀ ਹੈ। ਤੇ ਪਿਛਲੇ ਕਈ ਹਜ਼ਾਰ ਸਾਲ ਤੋਂ ਇੱਦਾਂ ਦੀ ਜਿਹੜੀ ਕਾਂਬੀਆਮੈਂਟੋ ਨਹੀਂ ਆਈ ਸੀਗੀ, ਜਿਹੜੀ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਆਈ ਆ। ਤੇ ਸਭ ਤੋਂ ਵੱਡੀ ਜਿਹੜੀ ਡਰਨ ਵਾਲੀ ਗੱਲ, ਜਿਹੜੀ ਪ੍ਰੋਬਲਮ ਇਹ ਆ ਵੀ ਜਿਹੜਾ ਸਮੁੰਦਰ ਦਾ ਜਿਹੜਾ ਲੈਵਲ ਆ ਜੀ ਉਹ 20 ਸੈਂਟੀਮੀਟਰ ਜਿਹੜਾ ਆ ਵੱਧ ਚੁੱਕਾ ਆ ਪਿਛਲੇ 100 ਸਾਲ ਦੇ ਵਿੱਚ। ਤੇ ਵੀਰੋ ਜਿਹੜਾ ਪਾਣੀ ਦਾ ਜਿਹੜਾ 20 ਸੈਂਟੀਮੀਟਰ ਲੈਵਲ ਵਧਿਆ ਆ, ਇਹਦੇ ਨਾਲ ਕਈ ਜਿਹੜੇ ਸ਼ਹਿਰ ਆਉਣ ਸਮੇਂ ਵਿੱਚ ਡੁੱਬ ਜਾਣੇ ਆ। ਜਿੱਦਾਂ ਕਿ ਵੈਨਿਸ ਸ਼ਹਿਰ ਇਟਲੀ ਦਾ ਜਿਹੜਾ ਕਿ ਸਮੁੰਦਰ ਦੇ ਲੈਵਲ ਤੋਂ ਥੋੜ੍ਹਾ ਜਿਹਾ ਥੱਲੇ ਆ ਰਿਹਾ ਆ, ਇਹ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹਨਾਂ ਦਾ ਖਤਰਾ ਜਿਹੜਾ ਹੋਰ ਜ਼ਿਆਦਾ ਜਿਹੜਾ ਵੱਧ ਗਿਆ ਆ। ਇਸ ਕਰਕੇ ਜਿਹੜਾ ਟੈਂਪਰੇਚਰ ਜਿਹੜਾ ਆ, ਜੇਕਰ ਆਪਣਾ 1 ਡਿਗਰੀ ਵੀ ਦੁਨੀਆ ਦਾ ਵੱਧਦਾ ਹੈ ਜੀ, ਇਹਨੂੰ ਜਿਹੜਾ ਨੁਕਸਾਨ ਇਹਨੂੰ ਜਿਹੜਾ ਕਰਨਾ ਆ ਉਹ ਜਿਹੜਾ ਆ ਬਹੁਤ ਜ਼ਿਆਦਾ ਹੋਣਾ ਹੈ ਤਬਾਹੀ। ਤੇ ਮੈਂ ਇਸੇ ਕਰਕੇ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕੀਤੀ ਹੈ। ਬਾਕੀ ਮੈਨੂੰ ਲੱਗਦਾ ਵੀ ਜਿਹੜੇ ਵੀ ਉਹਨਾਂ ਨੂੰ ਇੰਟਰਸਟ ਹੈ ਉਹਨਾਂ ਨੂੰ ਇਹ ਖਬਰ ਜਿਹੜੀ ਚੰਗੀ ਲੱਗੀ ਹੋਣੀ ਹੈ। ਤੇ ਇਸ ਤੋਂ ਇਲਾਵਾ ਗੱਲ ਕਰੀਏ ਇੱਕ ਹੋਰ ਅਪਡੇਟ ਦੀ, ਇਟਲੀ ਵਿੱਚ ਜਿਹੜਾ ਰੈੱਡ ਜਿਹੜਾ ਅਲਰਟ ਜਾਰੀ ਕੀਤਾ ਗਿਆ ਆਪਣੇ ਮੌਸਮ ਨੂੰ ਲੈ ਕੇ। ਜਿਹੜਾ ਹਫ਼ਤਾ ਜਿਹੜਾ ਸਟਾਰਟ ਹੋਇਆ ਜੀ, ਹਫ਼ਤਾ ਸਭ ਤੋਂ ਗਰਮ ਹਫ਼ਤਾ ਮੰਨਿਆ ਜਾਣਾ ਇਟਲੀ ਦੇ ਵਿੱਚ। ਸਾਊਥ ਤੇ ਸੈਂਟਰ ਦੇ ਇਲਾਕਿਆਂ 'ਚ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਪੈਣੀ ਆ, ਅੱਗਾਂ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਆ। ਤੇ ਕਈਆਂ ਇਲਾਕਿਆਂ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਤੂਫਾਨ ਵੀ ਜਿਹੜੇ ਆ ਸਕਦੇ ਆ। ਇਸ ਤੋਂ ਇਲਾਵਾ ਵੀਰੋ ਗੱਲ ਕਰੀਏ ਇੱਕ ਹੋਰ ਇਨਫੋਰਮੇਸ਼ਨ, ਜਿਹੜੇ ਫਿਲੀਓਲੋ ਜਿਹੜੇ ਆ ਜੀ ਇੱਥੇ ਦੇ, ਉਹਨਾਂ ਵੱਲੋਂ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ। ਉਹਨਾਂ ਨੇ ਕਿਹਾ ਵੀ 16 ਅਗਸਤ ਤੋਂ ਲੈ ਕੇ 30 ਅਗਸਤ ਤੱਕ ਆਪਣੇ ਜਿਹੜੇ ਆਪਾਂ ਨੂੰ ਇਟਲੀ ਨੂੰ ਜਿਹੜੀਆਂ 10 ਮਿਲੀਅਨ ਜਿਹੜੀਆਂ ਡੋਸਿਸ ਆ ਜੀ ਉਹ ਮਿਲ ਜਾਣੀਆਂ ਆ। ਵੈਸੇ ਮਿਲਣੀਆਂ ਤਾਂ ਆਪਾਂ ਨੂੰ ਜਿਹੜੀਆਂ 3.5 ਮਿਲੀਅਨ ਡੋਸਿਸ ਸੀਗੀਆਂ, ਪਰ 3 ਗੁਣਾ ਜ਼ਿਆਦਾ ਡੋਸਿਸ ਜਿਹੜੀਆਂ ਮਿਲ ਗਈਆਂ ਆ, ਜਿਹਦੇ ਕਰਕੇ ਸਾਡੇ ਕੋਲ ਡੋਸਿਸ ਜਿਹੜੀਆਂ ਕਾਫੀ ਜ਼ਿਆਦਾ ਜਿਹੜੀਆਂ ਹੋ ਜਾਣੀਆਂ ਆ। ਇਸ ਕਰਕੇ ਉਹਨੇ ਕਿਹਾ ਵੀ ਅਸੀਂ ਜਿਹੜੇ ਵੈਕਸੀਨ ਹੁਣ ਆਪਣੇ ਆਰਾਮ ਦੇ ਨਾਲ ਲੋਕਾਂ ਦੇ ਪੂਰਿਆਂ ਦੇ ਜਿਹੜੇ ਲਗਾ ਦੇਣੇ ਆ। ਸੋ ਵੀਰੋ ਇਹ ਸੀਗੀਆਂ ਅੱਜ ਦੀਆਂ ਨਵੀਆਂ ਅਪਡੇਟਸ। ਤੁਸੀਂ ਸਾਡੀ ਜੇ ਪਹਿਲੀ ਵਾਲੀ ਵੀਡੀਓ ਨਹੀਂ ਦੇਖੀ ਤਾਂ ਜਾ ਕੇ ਇੱਕ ਵਾਰ ਚੈੱਕ ਜ਼ਰੂਰ ਕਰ ਲਿਓ। ਸੋ ਅੱਜ ਵਾਸਤੇ ਨਹੀਂ, ਮਿਲਦੇ ਹਾਂ ਤੁਹਾਨੂੰ ਆਪਾਂ ਹੁਣ ਕੱਲ੍ਹ ਦੀਆਂ ਅਪਡੇਟ ਦੇ ਨਾਲ। ਤਦ ਤੱਕ ਲਈ ਆਪਣੇ ਪਰਿਵਾਰ ਦਾ ਖਿਆਲ ਰੱਖਿਓ। ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ।